ਵਿਦਿਆਰਥੀਓ ਸਤਿ ਸ਼੍ਰੀ ਅਕਾਲ। ਮੈਂ ਪ੍ਰਿਯੰਕਾ ਮਹਾਜਨ ਸਾਇੰਸ ਮਿਸਟਰੈਸ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਜਲੰਧਰ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਦੀ ਸਾਇੰਸ ਦੀ ਆਨਲਾਈਨ ਕੋਚਿੰਗ ਕਲਾਸ ਵਿੱਚ। ਬੇਟਾ ਅੱਜ ਅਸੀਂ ਕਰਾਂਗੇ ਚੈਪਟਰ ਨੰਬਰ 13 ਮੈਗਨੈਟਿਕ ਇਫੈਕਟਸ ਆਫ ਇਲੈਕਟ੍ਰਿਕ ਕਰੰਟ ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ ਦਾ ਪਾਰਟ 2 ਭਾਗ 2। ਬੇਟਾ ਅਸੀਂ ਸਭ ਤੋਂ ਪਹਿਲਾਂ ਇੰਪੋਰਟੈਂਟ ਪੁਆਇੰਟਸ ਡਿਸਕਸ ਕਰਾਂਗੇ ਤਾਂ ਕਿ ਤੁਹਾਨੂੰ MCQ ਸੋਲਵ ਕਰਨ ਵਿੱਚ ਕੋਈ ਪ੍ਰੋਬਲਮ ਨਾ ਹੋਏ। ਤੇ ਚਲੋ ਅਸੀਂ ਆਪਣਾ ਕੰਮ ਸ਼ੁਰੂ ਕਰਨੇ ਹਾਂ। In our houses we receive AC electric power of 220 volt with frequency of 50 hertz। ਅਸੀਂ ਆਪਣੇ ਘਰਾਂ ਵਿੱਚ ਪਰਤਵੀਂ ਬਿਜਲਈ ਸ਼ਕਤੀ 220 ਵੋਲਟ ਤੇ ਪ੍ਰਾਪਤ ਕਰਦੇ ਹਾਂ ਜਿਸ ਦੀ ਆਵ੍ਰਿਤੀ 50 ਹਰਟਜ਼ ਹੈ। Second point is one of the power in this supply is with red insulation called live wire। ਇਸ ਵੰਡ ਦੀ ਇੱਕ ਤਾਰ ਲਾਲ ਰੰਗ ਦੀ ਹੁੰਦੀ ਹੈ ਜਿਸ ਨੂੰ ਲਾਈਵ ਜਾਂ ਧਨ ਤਾਰ ਕਹਿੰਦੇ ਹਨ। Third point is the other one is of black insulation which is a neutral wire। ਦੂਜੀ ਤਾਰ ਉੱਤੇ ਕਾਲਾ ਬਿਜਲਈ ਰੋਧਕ ਹੁੰਦਾ ਹੈ ਜਿਸ ਨੂੰ ਉਦਾਸੀਨ ਤਾਰ ਕਹਿੰਦੇ ਹਨ। Fourth point is the third is the earth wire that has green insulation and this is connected to a metallic body deep inside earth। It is for safety measure। ਤੀਜੀ ਤਾਰ ਪੌਂ ਤਾਰ ਹੁੰਦੀ ਹੈ ਜੋ ਹਰੇ ਰੰਗ ਦੀ ਹੁੰਦੀ ਹੈ। ਇਹ ਤਾਰ ਧਰਤੀ ਵਿੱਚ ਡੂੰਘੀ ਦੱਬੀ ਧਾਤ ਦੀ ਪਲੇਟ ਨਾਲ ਜੁੜੀ ਹੁੰਦੀ ਹੈ। ਇਹ ਇੱਕ ਸੁਰੱਖਿਆ ਉਪਾਅ ਹੈ। ਨੈਕਸਟ ਇਜ਼ ਫਿਫਥ ਪੁਆਇੰਟ the phenomenon of electromagnetic induction is the production of induced current in a coil placed in a region where the magnetic field changes with time। ਬਿਜਲਈ ਚੁੰਬਕੀ ਪ੍ਰੇਰਣ ਇੱਕ ਅਜਿਹੀ ਘਟਨਾ ਹੈ ਜਿਸ ਵਿੱਚ ਕਿਸੇ ਚਾਲਕ ਦੀ ਕੁੰਡਲੀ ਵਿੱਚ ਜੋ ਕਿਸੇ ਅਜਿਹੇ ਖੇਤਰ ਵਿੱਚ ਸਥਿਤ ਹੈ ਜਿੱਥੇ ਸਮੇਂ ਦੇ ਨਾਲ ਚੁੰਬਕੀ ਖੇਤਰ ਪਰਿਵਰਤਿਤ ਹੁੰਦਾ ਹੈ ਇੱਕ ਪ੍ਰੇਰਿਤ ਬਿਜਲਈ ਧਾਰਾ ਪੈਦਾ ਹੁੰਦੀ ਹੈ। Now let us start MCQs। First question is a car headlamp of 48 watt works on the car battery of 12 volt। The correct fuse for the circuit of this car headlamp will be 48 ਵਾਟ ਦਾ ਇੱਕ ਕਾਰ ਹੈਡਲੈਂਪ 12 ਵੋਲਟ ਦੀ ਕਾਰ ਬੈਟਰੀ ਦੀ ਸਹਾਇਤਾ ਨਾਲ ਕਾਰਜ ਕਰਦਾ ਹੈ। ਇਸ ਸਰਕਟ ਲਈ ਕਿਹੜਾ ਫਿਊਜ਼ ਢੁਕਵਾਂ ਹੋਵੇਗਾ? ਆਪਸ਼ਨਸ ਆਰ 5 ਐਂਪੀਅਰ 10 ਐਂਪੀਅਰ 3 ਐਂਪੀਅਰ 13 ਐਂਪੀਅਰ। ਬੇਟਾ ਇਸ ਦੀ ਐਕਸਪਲੇਨੇਸ਼ਨ ਸਾਈਡ ਤੇ ਦੇਖੋ ਸਕਰੀਨ ਤੇ ਸਾਨੂੰ ਸ਼ਕਤੀ ਦਿੱਤੀ ਹੋਈ ਹੈ ਪਾਵਰ P 48 ਵਾਟ। ਸਾਨੂੰ ਪੋਟੈਂਸ਼ੀਅਲ ਅੰਤਰ ਦਿੱਤਾ ਹੋਇਆ ਹੈ 12 ਵੋਲਟ। ਸਾਨੂੰ ਦੱਸਣਾ ਹੈ ਕਿ ਕਰੈਕਟ ਫਿਊਜ਼ ਕਿਹੜਾ ਹੋਏਗਾ ਮਤਲਬ ਸਾਨੂੰ ਫਿਊਜ਼ ਰੇਟਿੰਗ ਪਤਾ ਕਰਨੀ ਹੈ। ਕਰੰਟ ਫਿਊਜ਼ ਰੇਟਿੰਗ ਦਾ ਫਾਰਮੂਲਾ ਹੁੰਦਾ ਹੈ P/V ਗੁਣਾ 1.25। P ਦੀ ਵੈਲਿਊ ਤੁਸੀਂ ਭਰ ਦਿੱਤੀ 48, V ਦੀ ਵੈਲਿਊ ਹੈ 12 ਤੇ ਗੁਣਾ ਕੀਤਾ 1.25 ਨਾਲ। ਪਹਿਲੇ 12 ਨਾਲ 48 ਨੂੰ ਕੱਟ ਦਿੱਤਾ ਤੁਹਾਡੇ ਕੋਲ 4 ਆਏਗਾ। 4 ਨੂੰ ਗੁਣਾ ਕੀਤਾ 1.25 ਨਾਲ ਤੁਹਾਡੇ ਕੋਲ ਆ ਜਾਏਗਾ 5 ਐਂਪੀਅਰ। ਸੋ ਰਾਈਟ ਆਪਸ਼ਨ ਇਜ਼ A option 5 ਐਂਪੀਅਰ। Now second question is a 1.25 kilowatt heater works on a 220 volt mains supply। What current rating would a suitable fuse have? Options are 2 ampere 5 ampere 10 ampere 13 ampere। 1.25 ਕਿਲੋਵਾਟ ਦਾ ਇੱਕ ਹੀਟਰ 220 ਵੋਲਟ ਮੇਨ ਸਪਲਾਈ ਤੇ ਕਾਰਜ ਕਰਦਾ ਹੈ। ਇਸ ਸਰਕਟ ਲਈ ਕਿੰਨੀ ਕਰੰਟ ਰੇਟਿੰਗ ਵਾਲਾ ਫਿਊਜ਼ ਸਹੀ ਰਹੇਗਾ? ਆਪਸ਼ਨਸ ਹਨ 2 ਐਂਪੀਅਰ 5 ਐਂਪੀਅਰ 10 ਐਂਪੀਅਰ 13 ਐਂਪੀਅਰ। ਸੋ ਬੇਟਾ ਐਕਸਪਲੇਨੇਸ਼ਨ ਦੇਖੋ ਤੁਸੀਂ ਸਾਨੂੰ ਪਾਵਰ ਸ਼ਕਤੀ ਦਿੱਤੀ ਹੋਈ ਹੈ 1.25 ਕਿਲੋਵਾਟ। ਅਸੀਂ ਇਸ ਕਿਲੋਵਾਟ ਨੂੰ
ਵਾਟ ਵਿੱਚ ਬਦਲਾਂਗੇ ਤੇ ਅਸੀਂ 1.25 ਨੂੰ 1000 ਨਾਲ ਗੁਣਾ ਕੀਤਾ। ਗੁਣਾ ਕਰਨ ਤੋਂ ਬਾਅਦ ਸਾਡੇ ਕੋਲ ਆਫਟਰ ਕੈਲਕੂਲੇਸ਼ਨ 1250 ਵਾਟ ਪਾਵਰ ਜਿਹੜੀ ਹੈ ਉਹ ਆ ਗਈ। V ਸਾਨੂੰ ਦਿੱਤਾ ਹੋਇਆ ਹੈ, V ਮਤਲਬ ਪੋਟੈਂਸ਼ੀਅਲ ਅੰਤਰ 220 ਵੋਲਟ ਸਾਨੂੰ ਦਿੱਤਾ ਹੈ। ਕਰੰਟ ਰੇਟਿੰਗ ਅਸੀਂ ਪਤਾ ਕਰਨੀ ਹੈ। ਕਰੰਟ ਰੇਟਿੰਗ ਦਾ ਫਾਰਮੂਲਾ ਹੈ P/V ਗੁਣਾ 1.25। P ਦੀ ਵੈਲਿਊ ਤੁਸੀਂ ਭਰਤੀ 1250, V ਦੀ ਵੈਲਿਊ ਤੁਸੀਂ ਭਰੀ 220 ਤੇ ਗੁਣਾ ਕੀਤਾ 1.25 ਨਾਲ। 0 ਨਾਲ 0 ਕੱਟੀਆਂ ਗਈਆਂ। 125 ਨੂੰ ਤੁਸੀਂ 1.25 ਨਾਲ ਗੁਣਾ ਕੀਤਾ, ਤੁਹਾਡੇ ਕੋਲ ਆਇਆ 156.25 ਡਿਵਾਈਡਡ ਬਾਏ 22। ਹੁਣ 156.25 ਨੂੰ ਤੁਸੀਂ 22 ਨਾਲ ਡਿਵਾਈਡ ਕਰੋ, ਭਾਗ ਦਿਓ। ਕੈਲਕੂਲੇਸ਼ਨ ਮੈਂ ਰਫ ਕੰਮ ਵਿੱਚ ਕਰਕੇ ਦੱਸੀ ਹੋਈ ਹੈ। ਤੁਹਾਡੇ ਕੋਲ ਆਨਸਰ ਆ ਜਾਏਗਾ 7.1 ਐਂਪੀਅਰ, 7.1 ਐਂਪੀਅਰ। ਹੁਣ ਜਿੰਨੀਆਂ ਵੀ ਸਾਨੂੰ ਆਪਸ਼ਨਸ ਦਿੱਤੀਆਂ ਹੋਈਆਂ ਉਸ ਵਿੱਚੋਂ 7.1 ਐਂਪੀਅਰ ਤੋਂ ਵੱਡੀ ਵੈਲਿਊ ਅਸੀਂ ਦੇਖਣੀ ਹੈ। ਪਰ ਵੱਡੀ ਵੈਲਿਊ ਬੇਟੇ ਦੋ ਹੈਗੀਆਂ ਹਨ, 10 ਐਂਪੀਅਰ ਤੇ 13 ਐਂਪੀਅਰ। ਅਸੀਂ ਉਹ ਵੈਲਿਊ ਲੈਣੀ ਹੈ ਜਿਹੜੀ 7.1 ਐਂਪੀਅਰ ਤੋਂ ਵੱਡੀ ਵੀ ਹੋਏ ਤੇ ਇਹਦੇ ਨੀਅਰੈਸਟ ਵੀ ਹੋਏ। ਵੈਲਿਊ ਆਫ ਕਰੰਟ ਸਲਾਈਟਲੀ ਗ੍ਰੇਟਰ ਦੈਨ ਐਂਡ ਕਲੋਜ਼ ਟੂ 7.1 ਐਂਪੀਅਰ। 7.1 ਐਂਪੀਅਰ ਦੇ ਜਿਹੜੀ ਵੱਡੀ ਤੇ ਕਲੋਜ਼ ਵੈਲਿਊ ਹੈ ਉਹ ਹੈ 10 ਐਂਪੀਅਰ। ਸੋ ਸੀ ਆਪਸ਼ਨ ਇਜ਼ ਰਾਈਟ ਆਪਸ਼ਨ, 10 ਐਂਪੀਅਰ। Beta, third question is magnetic lines of force inside current carrying solenoid are: A option is perpendicular to axis, B is along the axis and parallel to each other, C is parallel inside the solenoid and circular at the ends, D is circular। ਕਿਸੇ ਬਿਜਲਈ ਤਾਰਾਂ ਵਾਲੇ ਸੋਲੀਨੋਇਡ ਦੇ ਅੰਦਰ ਚੁੰਬਕੀ ਖੇਤਰ ਰੇਖਾਵਾਂ ਹੁੰਦੀਆਂ ਹਨ। A is ਐਕਸਿਸ ਦੇ ਲੰਬਾਤਮਕ, ਧੁਰੇ ਦੇ ਲੰਬਾਤਮਕ, B is ਧੁਰੇ ਦੇ ਨਾਲ ਅਤੇ ਇੱਕ ਦੂਜੇ ਦੇ ਸਮਾਨਾਂਤਰ, C is ਸੋਲੀਨੋਇਡ ਦੇ ਅੰਦਰ ਸਮਾਨਾਂਤਰ ਸਰਲ ਰੇਖਾ ਦੀ ਤਰ੍ਹਾਂ ਅਤੇ ਸਿਰਿਆਂ ਤੇ ਗੋਲਾਕਾਰ, D is ਗੋਲਾਕਾਰ। ਬੇਟਾ ਤੁਸੀਂ ਸੋਲੀਨੋਇਡ ਦਾ ਚਿੱਤਰ ਦੇਖੋ, ਇਸ ਦੇ ਅੰਦਰ ਜਿਹੜੀਆਂ ਚੁੰਬਕੀ ਖੇਤਰ ਰੇਖਾਵਾਂ ਹਨ ਉਹ ਇੱਕ ਦੂਜੇ ਦੇ ਸਮਾਨਾਂਤਰ ਹਨ ਤੇ ਸਰਲ ਰੇਖਾਵਾਂ ਹਨ ਤੇ ਜਿਹੜੇ ਸਿਰਿਆਂ ਦੇ ਨੇੜੇ ਰੇਖਾਵਾਂ ਹਨ ਉਹ ਗੋਲਾਕਾਰ ਹਨ। ਸੋ C ਆਪਸ਼ਨ ਇਜ਼ ਰਾਈਟ ਆਪਸ਼ਨ, parallel inside the solenoid and circular at the ends। solenoid ਦੇ ਅੰਦਰ ਸਮਾਨਾਂਤਰ ਸਰਲ ਰੇਖਾ ਦੀ ਤਰ੍ਹਾਂ ਅਤੇ ਸਿਰਿਆਂ ਤੇ ਗੋਲਾਕਾਰ। ਬੇਟਾ ਨੈਕਸਟ ਕੁਐਸਚਨ ਇਜ਼ the factors on which magnetic field strength produced by a current carrying solenoid depends are: ਧਾਰਾਵਾਹੀ ਸੋਲੀਨੋਇਡ ਦੁਆਰਾ ਉਤਪੰਨ ਚੁੰਬਕੀ ਖੇਤਰ ਦੀ ਪ੍ਰਬਲਤਾ ਕਿਹਨਾਂ ਕਾਰਕਾਂ ਤੇ ਨਿਰਭਰ ਕਰਦੀ ਹੈ? ਆਪਸ਼ਨਸ ਆਰ: ਮੈਗਨੀਟਿਊਡ ਆਫ ਕਰੰਟ, ਸੋਲੀਨੋਇਡ ਵਿੱਚੋਂ ਪ੍ਰਵਾਹਿਤ ਬਿਜਲਈ ਧਾਰਾ। B ਆਪਸ਼ਨ ਇਜ਼ ਨੰਬਰ ਆਫ ਟਰਨਸ ਇਨ ਦਾ ਕੋਇਲ, ਲਪੇਟਾਂ ਦੀ ਸੰਖਿਆ। C is nature of core material, ਕੋਰ ਪਦਾਰਥ ਦੀ ਪ੍ਰਕਿਰਤੀ। D is all of the above, ਉਪਰੋਕਤ ਸਾਰੇ। ਬੇਟਾ ਇਸ ਦਾ ਰਾਈਟ ਆਪਸ਼ਨ ਹੈ D, all of the above। ਧਾਰਾਵਾਹੀ ਸੋਲੀਨਾਈਡ ਦੁਆਰਾ ਉਤਪੰਨ ਚੁੰਬਕੀ ਖੇਤਰ ਦੀ ਪ੍ਰਬਲਤਾ ਇਹਨਾਂ ਸਾਰੇ ਕਾਰਕਾਂ ਤੇ ਨਿਰਭਰ ਕਰਦੀ ਹੈ। ਨੈਕਸਟ ਇਜ਼ a current of 3.5 ampere flows through a hair dryer, choose a suitable fuse from the following। ਇੱਕ ਹੇਅਰ ਡਰਾਇਰ ਵਿੱਚੋਂ 3.5 ਐਂਪੀਅਰ ਬਿਜਲਈ ਧਾਰਾ ਗੁਜ਼ਰਦੀ ਹੈ, ਇਸ ਦੇ ਲਈ ਢੁਕਵਾਂ ਫਿਊਜ਼ ਹੋਵੇਗਾ। ਆਪਸ਼ਨਸ ਆਰ 3 ਐਂਪੀਅਰ, 5 ਐਂਪੀਅਰ, 10 ਐਂਪੀਅਰ, 30 ਐਂਪੀਅਰ। ਬੇਟਾ ਇਸ ਦੀ ਐਕਸਪਲੇਨੇਸ਼ਨ ਤੁਸੀਂ ਧਿਆਨ ਨਾਲ ਸਮਝੋ, ਤੁਸੀਂ ਨੈਕਸਟ ਸਲਾਈਡ ਵਿੱਚ ਦੇਖੋ। ਬੇਟਾ 5th ਕੁਐਸਚਨ ਵਿੱਚ ਸਾਨੂੰ ਕਰੰਟ I ਦਿੱਤਾ ਹੋਇਆ 3.5 ਐਂਪੀਅਰ। ਅਸੀਂ ਕਰੰਟ ਰੇਟਿੰਗ ਜਾਂ ਫਿਊਜ਼ ਰੇਟਿੰਗ ਪਤਾ ਕਰਨੀ ਹੈ। ਉਸ ਦਾ ਫਾਰਮੂਲਾ ਹੈ I ਗੁਣਾ 1.25। ਜਦੋਂ ਕਰੰਟ ਦਿੱਤਾ ਹੋਏ ਤਾਂ ਇਹ ਫਾਰਮੂਲਾ ਵਰਤਣਾ ਤੁਸੀਂ। I ਦੀ ਵੈਲਿਊ 3.5 ਭਰਤੀ ਤੇ 1.25 ਨਾਲ ਉਸਨੂੰ ਗੁਣਾ ਕੀਤਾ, ਸਾਡੇ ਕੋਲ ਆਏਗਾ 4.375 ਐਂਪੀਅਰ। ਇਹ ਸਾਡੀ ਕਰੰਟ ਰੇਟਿੰਗ ਆਈ। ਹੁਣ ਸਾਨੂੰ 4.375 ਐਂਪੀਅਰ ਤੋਂ ਥੋੜ੍ਹੀ ਜਿਹੀ ਵੱਡੀ ਵੈਲਿਊ ਦੇਖਣੀ ਹੈ ਜਿਹੜੀ ਗਿਵਨ ਆਪਸ਼ਨਸ ਵਿੱਚ ਸੀ। ਬੱਚੇ ਵੈਲਿਊ ਉਹ ਲੈਣੀ ਹੈ ਜਿਹੜੀ ਇਸ ਦੇ ਨੀਅਰੈਸਟ ਵੀ ਹੋਏ ਤੇ ਇਸ ਤੋਂ ਵੱਡੀ ਵੀ ਹੋਏ, ਉਹ ਹੈ 5 ਐਂਪੀਅਰ। ਸੋ ਰਾਈਟ ਆਪਸ਼ਨ ਇਜ਼ 5 ਐਂਪੀਅਰ। 6th question, the device used for producing electric current is called A। ਬਿਜਲਈ ਧਾਰਾ ਪੈਦਾ ਕਰਨ ਦੀ ਵਿਉਂਤ ਨੂੰ ਕਹਿੰਦੇ ਹਨ। ਆਪਸ਼ਨਸ ਆਰ ਜਨਰੇਟਰ, ਗੈਲਵਾਨੋਮੀਟਰ, ਐਮੀਟਰ,
ਮੋਟਰ। ਬੇਟਾ ਬਿਜਲਈ ਪੈਦਾ ਕਰਨ ਲਈ ਅਸੀਂ ਜਨਰੇਟਰ ਦੀ ਵਰਤੋਂ ਕਰਦੇ ਹਾਂ, ਸੋ ਇਹ ਆਪਸ਼ਨ ਇਜ਼ ਰਾਈਟ ਆਪਸ਼ਨ। Now question 7 is the magnetic field inside a long straight solenoid carrying current is 0, decreases as we move towards the end, increases as we move towards its end, is the same at all points। ਕਿਸੇ ਬਿਜਲਈ ਧਾਰਾ ਵਾਲੀ ਸਿੱਧੀ ਲੰਬੀ ਸੋਲੀਨੋਇਡ ਦੇ ਅੰਦਰ ਚੁੰਬਕੀ ਖੇਤਰ 0 ਹੁੰਦਾ ਹੈ, ਇਸ ਦੇ ਸਿਰੇ ਵੱਲ ਜਾਣ ਨਾਲ ਘਟਦਾ ਹੈ, ਇਸ ਦੇ ਸਿਰੇ ਵੱਲ ਜਾਣ ਨਾਲ ਵੱਧਦਾ ਹੈ, ਸਾਰੇ ਬਿੰਦੂਆਂ ਉੱਤੇ ਬਰਾਬਰ ਹੁੰਦਾ ਹੈ। ਬੇਟੇ ਇਸ ਦਾ ਰਾਈਟ ਆਪਸ਼ਨ ਹੈ ਡੀ, ਇਜ਼ ਦਾ ਸੇਮ ਐਟ ਆਲ ਦਾ ਪੁਆਇੰਟਸ, ਸਾਰੇ ਬਿੰਦੂਆਂ ਉੱਤੇ ਬਰਾਬਰ ਹੁੰਦਾ ਹੈ। ਕਿਸੇ ਬਿਜਲਈ ਧਾਰਾ ਵਾਲੀ ਸਿੱਧੀ ਲੰਬੀ ਸੋਲੀਨੋਇਡ ਦੇ ਅੰਦਰ ਚੁੰਬਕੀ ਖੇਤਰ ਸਾਰੇ ਬਿੰਦੂਆਂ ਉੱਤੇ ਬਰਾਬਰ ਹੁੰਦਾ ਹੈ। ਨਾਓ 8th question is a positively charged particle, alpha particle, projected towards west is deflected towards north by a magnetic field। The direction of magnetic field is। ਪੱਛਮ ਦੇ ਵੱਲ ਪ੍ਰਖੇਪਿਤ ਕੋਈ ਧਨ ਚਾਰਜਿਤ ਕਣ ਅਲਫਾ ਕਣ ਕਿਸੇ ਚੁੰਬਕੀ ਖੇਤਰ ਦੁਆਰਾ ਉੱਤਰ ਵੱਲ ਵਿਖੇਪਿਤ ਹੋ ਜਾਂਦਾ ਹੈ। ਚੁੰਬਕੀ ਖੇਤਰ ਦੀ ਦਿਸ਼ਾ ਹੈ। ਆਪਸ਼ਨਸ ਆਰ ਟੂਵਰਡਸ ਸਾਊਥ ਦੱਖਣ ਵੱਲ, ਟੂਵਰਡਸ ਈਸਟ ਪੂਰਬ ਵੱਲ, ਡਾਊਨਵਰਡ ਹੇਠਾਂ ਵੱਲ, ਅਪਵਰਡ ਉੱਪਰ ਵੱਲ। ਬੇਟਾ ਇਸ ਨੂੰ ਸਮਝਣ ਲਈ ਅਸੀਂ ਲਾਵਾਂਗੇ ਫਲੈਮਿੰਗ ਦਾ ਖੱਬਾ ਹੱਥ ਨਿਯਮ। ਤੁਸੀਂ ਡਾਇਗਰਾਮ ਧਿਆਨ ਨਾਲ ਦੇਖਣਾ ਹੈ ਅਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਬੇਟੇ ਇਸ ਕੁਐਸਚਨ ਵਿੱਚ ਸਾਨੂੰ ਦਿੱਤਾ ਹੈ ਕਿ ਧਨ ਚਾਰਜਿਤ ਕਣ ਜਿਹੜਾ ਅਲਫਾ ਕਣ ਹੈ ਉਹ ਪੱਛਮ ਦਿਸ਼ਾ ਵੱਲ ਪ੍ਰਖੇਪਿਤ ਹੋਇਆ ਅਤੇ ਜਿਹੜੀ ਧਨ ਚਾਰਜ ਦੀ ਗਤੀ ਦੀ ਦਿਸ਼ਾ ਹੁੰਦੀ ਹੈ ਉਹੀ ਸਾਡੇ ਕਰੰਟ ਦੀ ਦਿਸ਼ਾ ਹੁੰਦੀ ਹੈ। ਇਸ ਕਰਕੇ ਬਿਜਲਈ ਧਾਰਾ ਕਰੰਟ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਪੱਛਮ ਡਾਇਰੈਕਸ਼ਨ ਹੈ, ਵੈਸਟ ਡਾਇਰੈਕਸ਼ਨ ਹੈ। ਫਿਰ ਸਾਨੂੰ ਬੋਲਿਆ ਕਿ ਚੁੰਬਕੀ ਖੇਤਰ ਦੁਆਰਾ ਇਹ ਜਿਹੜਾ ਕਣ ਹੈ ਇਹ ਉੱਤਰ ਦਿਸ਼ਾ ਵੱਲ ਵਿਖੇਪਿਤ ਹੁੰਦਾ ਹੈ, ਮਤਲਬ ਜਿਹੜਾ ਕਣ ਹੈ ਉਸ ਉੱਤੇ ਬਲ ਜਿਹੜਾ ਲੱਗ ਰਿਹਾ ਹੈ ਉਹ ਉੱਤਰ ਦਿਸ਼ਾ ਵੱਲ ਲੱਗ ਰਿਹਾ ਹੈ। ਇਸ ਕਰਕੇ ਬਲ ਦੀ ਦਿਸ਼ਾ ਹੋ ਗਈ ਉੱਤਰ ਦਿਸ਼ਾ, ਨਾਰਥ ਡਾਇਰੈਕਸ਼ਨ। ਹੁਣ ਅਸੀਂ ਚੁੰਬਕੀ ਖੇਤਰ ਦੀ ਦਿਸ਼ਾ ਪਤਾ ਕਰਨੀ ਹੈ। ਅਸੀਂ ਫਲੈਮਿੰਗ ਦੇ ਖੱਬੇ ਹੱਥ ਨਿਯਮ ਦੇ ਮੁਤਾਬਿਕ ਇਹ ਚੁੰਬਕੀ ਖੇਤਰ ਦੀ ਦਿਸ਼ਾ ਪਤਾ ਕਰਾਂਗੇ। ਹੁਣ ਉਸ ਨਿਯਮ ਦੇ ਮੁਤਾਬਿਕ ਅਸੀਂ ਕੀ ਕਰਨਾ ਹੈ ਕਿ ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ, ਅੰਗੂਠੇ ਅਤੇ ਵਿਚਕਾਰਲੀ ਉਂਗਲੀ ਨੂੰ ਇਸ ਤਰ੍ਹਾਂ ਫੈਲਾਉਣਾ ਹੈ ਕਿ ਉਹ ਇੱਕ ਦੂਜੇ ਦੇ ਲੰਬ ਰੂਪ ਵਿੱਚ ਹੋਣ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਆਪਣੀ ਉਂਗਲੀਆਂ ਨੂੰ ਫੈਲਾ ਕੇ ਦੱਸਿਆ ਚਿੱਤਰ ਵਿੱਚ। ਫਿਰ ਬੇਟਾ ਤੁਸੀਂ ਆਪਣੀ ਵਿਚਕਾਰਲੀ ਉਂਗਲੀ ਨੂੰ ਪੱਛਮ ਦਿਸ਼ਾ ਵੱਲ, ਕਰੰਟ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਪੱਛਮ ਦਿਸ਼ਾ ਹੈ, ਇਸ ਕਰਕੇ ਤੁਸੀਂ ਵਿਚਕਾਰਲੀ ਉਂਗਲੀ ਨੂੰ ਪੱਛਮ ਦਿਸ਼ਾ ਵੱਲ ਰੱਖਣਾ ਅਤੇ ਜਿਹੜਾ ਅੰਗੂਠਾ ਹੈ ਉਹ ਬਲ ਦੀ ਦਿਸ਼ਾ ਨੂੰ ਦਰਸਾ ਰਿਹਾ, ਉਸਨੂੰ ਤੁਸੀਂ ਉੱਤਰ ਦਿਸ਼ਾ ਵੱਲ ਰੱਖਣਾ। ਤਾਂ ਤੁਹਾਡੀ ਪਹਿਲੀ ਉਂਗਲੀ ਜਿਹੜੀ ਹੈ ਉਹ ਉੱਪਰ ਵੱਲ ਨੂੰ ਸੰਕੇਤ ਕਰੇਗੀ, ਅਪਵਰਡ ਡਾਇਰੈਕਸ਼ਨ ਨੂੰ, ਅਤੇ ਇਹੀ ਜਿਹੜੀ ਡਾਇਰੈਕਸ਼ਨ ਹੈ ਉਹ ਮੈਗਨੈਟਿਕ ਫੀਲਡ ਦੀ, ਚੁੰਬਕੀ ਖੇਤਰ ਦੀ ਡਾਇਰੈਕਸ਼ਨ ਹੋਏਗੀ। ਸੋ ਰਾਈਟ ਆਪਸ਼ਨ ਇਜ਼ ਡੀ ਆਪਸ਼ਨ, ਉੱਪਰ ਵੱਲ। ਨੈਕਸਟ ਕੁਐਸਚਨ, a TV set consumes an electric power of 230 watt and runs on 230 volt mains supply। The correct fuse for this TV set is। ਇੱਕ TV set 230 ਵਾਟ ਸ਼ਕਤੀ ਦੀ ਖਪਤ ਕਰਦਾ ਹੈ ਅਤੇ 230 ਵੋਲਟ ਮੇਨ ਸਪਲਾਈ 'ਤੇ ਕਾਰਜ ਕਰਦਾ ਹੈ। ਇਸ TV set ਲਈ ਢੁਕਵਾਂ ਫਿਊਜ਼ ਹੋਵੇਗਾ। ਆਪਸ਼ਨਸ ਆਰ 5 ਐਂਪੀਅਰ, 3 ਐਂਪੀਅਰ, 1 ਐਂਪੀਅਰ, 2 ਐਂਪੀਅਰ। ਬੇਟਾ ਇਸ ਦੀ ਐਕਸਪਲੇਨੇਸ਼ਨ ਸਮਝੋ। ਸਾਨੂੰ ਪਾਵਰ ਦਿੱਤੀ ਹੋਈ ਹੈ, ਸ਼ਕਤੀ ਦਿੱਤੀ ਹੋਈ ਹੈ 230 ਵਾਟ, ਸਾਨੂੰ ਪੋਟੈਂਸ਼ੀਅਲ ਅੰਤਰ ਦਿੱਤਾ ਹੋਇਆ 230 ਵੋਲਟ। ਸਾਨੂੰ ਕਰੰਟ ਰੇਟਿੰਗ ਪਤਾ ਕਰਨੀ ਹੈ ਕਿਉਂਕਿ ਅਸੀਂ ਢੁਕਵੇਂ ਫਿਊਜ਼ ਦਾ ਪਤਾ ਕਰਨਾ ਹੈ, ਉਸ ਲਈ ਸਾਨੂੰ ਕਰੰਟ ਰੇਟਿੰਗ ਦਾ ਪਤਾ ਹੋਣਾ ਜ਼ਰੂਰੀ ਹੈ। ਕਰੰਟ ਰੇਟਿੰਗ ਦਾ ਫਾਰਮੂਲਾ ਜਦੋਂ ਸਾਨੂੰ ਪਾਵਰ ਅਤੇ ਪੋਟੈਂਸ਼ੀਅਲ ਅੰਤਰ ਦਿੱਤਾ ਹੋਏ ਉਦੋਂ ਹੁੰਦਾ ਹੈ P/V ਗੁਣਾ 1.25। P ਦੀ ਵੈਲਿਊ 230, V ਦੀ ਵੈਲਿਊ ਵੀ 230 ਗੁਣਾ 1.25, 230 ਨਾਲ 230 ਕੱਟਿਆ ਗਿਆ, ਸਾਡੇ ਕੋਲ ਆਨਸਰ ਆ ਗਿਆ 1.25 ਐਂਪੀਅਰ। ਹੁਣ 1.25 ਤੋਂ ਥੋੜ੍ਹੀ ਜਿਹੀ ਵੱਡੀ ਵੈਲਿਊ, ਮਤਲਬ ਜਿਹੜੀ ਵੈਲਿਊ ਇਸ ਤੋਂ ਵੱਡੀ ਵੀ ਹੋਏ ਪਰ ਇਸ ਦੇ ਨੀਅਰੈਸਟ ਵੀ ਹੋਏ, ਉਸ ਤਰ੍ਹਾਂ ਤੇ ਸਾਨੂੰ 5 ਐਂਪੀਅਰ, 3 ਐਂਪੀਅਰ, 2 ਐਂਪੀਅਰ, 3 ਵੈਲਿਊਜ਼ ਦਿੱਤੀਆਂ ਹੋਈਆਂ ਜਿਹੜੀਆਂ 1.25 ਐਂਪੀਅਰ ਤੋਂ ਵੱਡੀ ਹਨ।
पर इन्हां वैल्यूज़ विचों 1.25 ਦੇ ਨੀਅਰੈਸਟ ਜਿਹੜੀ ਹੈਗੀ ਹੈ ਉਹ ਹੈ 2 ਐਂਪੀਅਰ। ਸੋ ਸਾਡਾ ਆਨਸਰ ਹੈ 2 ਐਂਪੀਅਰ। ਰਾਈਟ ਆਪਸ਼ਨ ਇਜ਼ ਡੀ ਆਪਸ਼ਨ 2 ਐਂਪੀਅਰ। 10th question is what is the color of live wire? ਲਾਈਵ ਤਾਰ ਦਾ ਰੰਗ ਦੱਸੋ। ਆਪਸ਼ਨਸ ਆਰ ਗ੍ਰੀਨ ਹਰਾ ਬਲੂ ਨੀਲਾ ਯੈਲੋ ਪੀਲਾ ਰੈੱਡ ਲਾਲ। ਇਹ ਤੁਸੀਂ ਪੁਆਇੰਟ ਡਿਸਕਸ ਕੀਤਾ ਸੀ ਇੰਪੋਰਟੈਂਟ ਪੁਆਇੰਟਸ ਵਿੱਚ ਵੀ ਕਿ ਜਿਹੜਾ ਲਾਈਵ ਤਾਰ ਦਾ ਰੰਗ ਹੁੰਦਾ ਉਹ ਲਾਲ ਹੁੰਦਾ। ਸੋ ਡੀ ਆਪਸ਼ਨ ਇਜ਼ ਰਾਈਟ ਆਪਸ਼ਨ ਰੈੱਡ ਲਾਲ। ਨੈਕਸਟ ਕੁਐਸਚਨ what is the potential of neutral wire? ਉਦਾਸੀਨ ਤਾਰ ਦਾ potential ਕਿੰਨਾ ਹੁੰਦਾ ਹੈ। ਆਪਸ਼ਨਸ ਆਰ 50 ਵੋਲਟ 0 ਵੋਲਟ 220 ਵੋਲਟ ਤੇ 60 ਵੋਲਟ। ਬੇਟੇ ਰਾਈਟ ਆਪਸ਼ਨ ਇਜ਼ 0 ਵੋਲਟ। ਜਿਹੜੀ ਉਦਾਸੀਨ ਤਾਰ ਹੁੰਦੀ ਹੈ ਉਹਦਾ potential 0 ਵੋਲਟ ਹੁੰਦਾ ਹੈ। ਬੇਟਾ 12th question is what is the color of earth wire? ਭੋਂ ਤਾਰ ਦਾ ਰੰਗ ਦੱਸੋ। ਆਪਸ਼ਨਸ ਆਰ ਰੈੱਡ ਲਾਲ ਬਲੂ ਨੀਲਾ ਗ੍ਰੀਨ ਹਰਾ ਬਲੈਕ ਕਾਲਾ। ਇਹ ਤੁਸੀਂ ਅੱਜ ਇੰਪੋਰਟੈਂਟ ਪੁਆਇੰਟਸ ਵਿੱਚ ਵੀ ਡਿਸਕਸ ਕੀਤਾ ਕਿ ਜਿਹੜੀ ਭੋਂ ਤਾਰ ਹੁੰਦੀ ਹੈ ਉਹ ਹਰੇ ਰੰਗ ਦੀ ਹੁੰਦੀ ਹੈ। ਸੋ ਸੀ ਆਪਸ਼ਨ ਇਜ਼ ਰਾਈਟ ਆਪਸ਼ਨ ਗ੍ਰੀਨ ਹਰਾ। ਨੈਕਸਟ ਕੁਐਸਚਨ Fleming's right hand rule is used to find the direction of dash. ਫਲੇਮਿੰਗ ਦੇ ਸੱਜੇ ਹੱਥ ਦੇ ਨਿਯਮ ਦੁਆਰਾ ਡੈਸ਼ ਦੀ ਦਿਸ਼ਾ ਗਿਆਤ ਕੀਤੀ ਜਾਂਦੀ ਹੈ। ਆਪਸ਼ਨਸ ਆਰ ਇੰਡਿਊਸਡ ਕਰੰਟ ਪ੍ਰੇਰਿਤ ਬਿਜਲਈ ਧਾਰਾ। ਬੀ ਆਪਸ਼ਨ ਇਜ਼ ਮੈਗਨੈਟਿਕ ਫੀਲਡ ਚੁੰਬਕੀ ਖੇਤਰ। ਸੀ ਆਪਸ਼ਨ ਇਜ਼ ਫੋਰਸ ਬਲ। ਡੀ ਇਜ਼ ਨਨ ਆਫ ਦਿਸ ਇਹਨਾਂ ਵਿੱਚੋਂ ਕੋਈ ਨਹੀਂ। ਸੋ ਬੇਟਾ ਏ ਇਜ਼ ਰਾਈਟ ਆਪਸ਼ਨ। ਜਿਹੜਾ ਫਲੇਮਿੰਗ ਦੇ ਸੱਜੇ ਹੱਥ ਦਾ ਨਿਯਮ ਹੈ ਉਸ ਦੇ ਦੁਆਰਾ ਅਸੀਂ ਇੰਡਿਊਸਡ ਕਰੰਟ ਪ੍ਰੇਰਿਤ ਬਿਜਲਈ ਧਾਰਾ ਦੀ ਦਿਸ਼ਾ ਪਤਾ ਕਰਨੇ ਹਾਂ। ਨੈਕਸਟ ਕੁਐਸਚਨ The essential difference between an AC generator and a DC generator is that AC generator has an electromagnet while a DC generator has permanent magnet. DC generator will generate a higher voltage. AC generator will generate a higher voltage. AC generator has slip rings while the DC generator has a commutator. ਕਿਸੇ AC ਜਨਰੇਟਰ ਅਤੇ DC ਜਨਰੇਟਰ ਵਿੱਚ ਇੱਕ ਮੂਲ ਅੰਤਰ ਹੈ ਕਿ AC ਜਨਰੇਟਰ ਵਿੱਚ ਬਿਜਲੀ ਚੁੰਬਕ ਹੁੰਦਾ ਹੈ ਜਦੋਂ ਕਿ DC ਜਨਰੇਟਰ ਵਿੱਚ ਸਥਾਈ ਚੁੰਬਕ ਹੁੰਦਾ ਹੈ। DC ਜਨਰੇਟਰ ਉੱਚੀ ਵੋਲਟਤਾ ਪੈਦਾ ਕਰਦਾ ਹੈ। AC ਜਨਰੇਟਰ ਉੱਚੀ ਵੋਲਟਤਾ ਪੈਦਾ ਕਰਦਾ ਹੈ। AC ਜਨਰੇਟਰ ਵਿੱਚ ਵਿਭੇਦਿਤ ਰਿੰਗ ਹੁੰਦੇ ਹਨ ਜਦੋਂ ਕਿ DC ਜਨਰੇਟਰ ਵਿੱਚ ਦਿਸ਼ਾ ਪਰਾਵਰਤਕ ਕੋਮਿਊਟੇਟਰ ਹੁੰਦਾ ਹੈ। ਦ ਰਾਈਟ ਆਪਸ਼ਨ ਇਜ਼ ਡੀ ਆਪਸ਼ਨ। ਇਹ ਤੁਸੀਂ ਸਾਰੇ ਜਾਣਦੇ ਹੋ ਕਿ AC ਜਨਰੇਟਰ ਵਿੱਚ ਵਿਭੇਦਿਤ ਰਿੰਗ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਸਲਿਪ ਰਿੰਗਸ ਬੋਲਦੇ ਹੋ ਅਤੇ DC ਜਨਰੇਟਰ ਵਿੱਚ ਦਿਸ਼ਾ ਪਰਾਵਰਤਕ ਕੋਮਿਊਟੇਟਰ ਹੁੰਦੇ ਹਨ। ਸੋ ਡੀ ਆਪਸ਼ਨ ਇਜ਼ ਰਾਈਟ ਆਪਸ਼ਨ। ਨੈਕਸਟ ਕੁਐਸਚਨ Which of the following correctly describes the magnetic field near a long straight wire? Options are the field consists of straight lines perpendicular to the wire. The field consists of straight lines parallel to the wire. The field consists of radial lines originating from the wire. The field consists of concentric circles centered on the wire. ਹੇਠ ਲਿਖਿਆਂ ਵਿੱਚੋਂ ਕਿਹੜਾ ਕਿਸੇ ਲੰਬੀ ਸਿੱਧੀ ਤਾਰ ਦੇ ਨੇੜੇ ਚੁੰਬਕੀ ਖੇਤਰ ਦਾ ਸਹੀ ਵਰਣਨ ਕਰਦਾ ਹੈ। ਆਪਸ਼ਨਸ ਆਰ ਤਾਰ ਦੇ ਉੱਪਰ ਸਿੱਧੀਆਂ ਲੰਬ ਰੂਪੀ ਰੇਖਾਵਾਂ ਦਾ ਬਣਦਾ ਖੇਤਰ ਤਾਰ ਦੇ ਸਮਾਨਾਂਤਰ ਸਿੱਧੀਆਂ ਰੇਖਾਵਾਂ ਦਾ ਬਣਦਾ ਖੇਤਰ ਤਾਰ ਤੋਂ ਪੈਦਾ ਅਰਧ ਵਿਆਸੀ ਰੇਖਾਵਾਂ ਦਾ ਬਣਦਾ ਖੇਤਰ ਤਾਰ ਦੇ ਦੁਆਲੇ ਸਮਕੇਂਦਰੀ ਚੱਕਰਾਂ ਦਾ ਬਣਦਾ ਖੇਤਰ। ਬੇਟਾ ਡੀ ਆਪਸ਼ਨ ਇਜ਼ ਰਾਈਟ ਆਪਸ਼ਨ। ਦ ਫੀਲਡ ਕੰਸਿਸਟ ਆਫ ਕੰਸੈਂਟਰਿਕ ਸਰਕਲਸ ਸੈਂਟਰਡ ਔਨ ਦਾ ਵਾਇਰ। ਤਾਰ ਦੇ ਦੁਆਲੇ ਸਮਕੇਂਦਰੀ ਚੱਕਰਾਂ ਦਾ ਬਣਦਾ ਖੇਤਰ ਹੀ ਕਿਸੇ ਲੰਬੇ ਸਿੱਧੇ ਤਾਰ ਦੇ ਨੇੜੇ ਚੁੰਬਕੀ ਖੇਤਰ ਦਾ ਸਹੀ ਵਰਣਨ ਕਰਦਾ ਹੈ। ਬੇਟਾ ਹੁਣ ਤੁਹਾਡੇ ਲਈ ਕੁਝ ਰਿਵੀਜ਼ਨ ਵਰਕ ਅਤੇ ਕੁਝ ਹੋਮਵਰਕ ਹੈ। ਤੁਸੀਂ ਸਭ ਤੋਂ ਪਹਿਲਾਂ ਆਪਣਾ ਚੈਪਟਰ ਚੰਗੀ ਤਰ੍ਹਾਂ ਰੀਡ ਕਰ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਸਾਰੇ ਇੰਪੋਰਟੈਂਟ ਪੁਆਇੰਟਸ ਚੰਗੀ ਤਰ੍ਹਾਂ ਰਿਵਾਈਜ਼ ਕਰ ਲੈਣੇ ਹਨ ਅਤੇ ਫਿਰ MCQs ਨੂੰ ਘੱਟ ਤੋਂ ਘੱਟ 2 ਵਾਰ ਪ੍ਰੈਕਟਿਸ ਜ਼ਰੂਰ ਕਰਨਾ ਹੈ। ਅਤੇ ਬੇਟਾ
ਹੁਣ ਮੈਨੂੰ ਲੱਗਦਾ ਹੈ ਤੁਹਾਨੂੰ ਇਹ ਟੌਪਿਕ ਬਹੁਤ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੈ। ਉਮੀਦ ਕਰਦੀ ਹਾਂ ਤੁਸੀਂ ਆਪਣੇ ਇਸ ਟੌਪਿਕ ਨੂੰ ਚੰਗੀ ਤਰ੍ਹਾਂ ਰਿਵਾਈਜ਼ ਵੀ ਕਰ ਲਓਗੇ। ਆਲ ਦਾ ਬੈਸਟ ਫॉर योर एग्जामिनेशन बेटा। बी फोकस्ड, बी हार्ड वर्किंग, you will definitely achieve your aim। Thank you very much।